ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਪੰਨੂ ਸਾਹਿਬ ਆਪ ਨਾਲ ਹੁੰਦੇ ਨੇ। ਤੇ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ, ਫਿਰ ਖਬਰਾਂ ਦੇ ਉੱਤੇ ਕਰਾਂਗੇ ਚਰਚਾ। ਪੰਨੂ ਸਾਹਿਬ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਆਨੰਦਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਤੁਹਾਡੀਆਂ ਖਬਰਾਂ ਦੇ ਸਵਾਲਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅੱਜ 3 ਮਈ ਹੈ, ਵਰਲਡ ਪ੍ਰੈਸ ਫਰੀडम ਡੇ। 3 ਮਈ 1948 ਨੂੰ UNO ਦੀ ਜਿਹੜੀ ਜਨਰਲ ਅਸੈਂਬਲੀ ਆ ਉਹਦੇ ਵਿੱਚ ਮਤਾ ਪਾਸ ਕੀਤਾ ਗਿਆ ਸੀ ਕਿ ਦੁਨੀਆ ਭਰ ਦੇ ਵਿੱਚ ਪੱਤਰਕਾਰੀ ਦੀ ਰਾਖੀ ਵਾਸਤੇ, ਪੱਤਰਕਾਰਾਂ ਦੇ ਹਿੱਤਾਂ ਵਾਸਤੇ ਹਰ ਸਾਲ ਇੱਕ ਦਿਨ ਮਨਾਇਆ ਜਾਵੇ। ਉਹ ਦਿਨ ਜਿਹੜੀ ਪੱਤਰਕਾਰੀ ਦੀ ਆਜ਼ਾਦੀ ਹੈ, ਪ੍ਰੈਸ ਦੀ ਆਜ਼ਾਦੀ, ਉਦੋਂ ਮੀਡੀਆ ਲਫ਼ਜ਼ ਬਹੁਤਾ ਨਹੀਂ ਸੀ ਵਰਤਿਆ ਜਾਂਦਾ। ਇਹ ਬਹੁਤ ਬਾਅਦ ਪ੍ਰਚਲਿਤ ਹੋਇਆ ਕਿਉਂਕਿ ਇਲੈਕਟ੍ਰੋਨਿਕ ਚੈਨਲ ਉਦੋਂ ਕੋਈ ਨਹੀਂ ਸਨ ਚੱਲਦੇ। ਰੇਡੀਓ ਚੱਲਦਾ ਸੀ ਮਾੜਾ ਮੋਟਾ, ਔਰ ਉਹ ਵੀ ਬਹੁਤਿਆਂ ਥਾਵਾਂ 'ਤੇ ਉਹਦੀ ਪਹੁੰਚ ਨਹੀਂ ਸੀ ਹੁੰਦੀ, ਅਤੇ TV ਅਜੇ ਤੱਕ ਆਏ ਨਹੀਂ ਸਨ। ਇਹ ਉਸ ਵਕਤ ਦੀਆਂ ਗੱਲਾਂ। ਉਦੋਂ UNO ਦੀ ਜਨਰਲ ਅਸੈਂਬਲੀ ਨੇ ਮਤਾ ਪਾਸ ਕੀਤਾ ਸੀ ਕਿ ਹਰ ਸਾਲ 3 ਮਈ ਨੂੰ ਪ੍ਰੈਸ ਫਰੀडम ਡੇ, ਜਿਹੜਾ ਵਰਲਡ ਪ੍ਰੈਸ ਫਰੀडम ਡੇ ਮਨਾਇਆ ਜਾਇਆ ਕਰੇਗਾ, ਅਤੇ ਹੁਣ ਤੱਕ ਮਨਾਇਆ ਜਾਂਦਾ। ਇਹ ਮਨਾਉਣ ਦਾ ਮਕਸਦ ਇਹ ਸੀ ਕਿ ਪੱਤਰਕਾਰੀ ਨੂੰ ਆਜ਼ਾਦ ਢੰਗ ਨਾਲ ਚੱਲਣ ਦਿੱਤਾ ਜਾਵੇ, ਪੱਤਰਕਾਰਾਂ ਦੇ ਅੱਗੇ ਬੰਦਸ਼ਾਂ ਨਾ ਲਾਈਆਂ ਜਾਣ, ਉਹਨਾਂ ਦੇ ਅੜਿੱਕੇ ਨਾ ਪਾਏ ਜਾਣ। ਜੇ ਉਹਨਾਂ ਨੂੰ ਕੋਈ ਖਤਰੇ ਹੋਣ ਤਾਂ ਉਹ ਖਤਰਿਆਂ ਬਾਰੇ ਵੀ ਸਮਾਜ ਸੁਚੇਤ ਰਹੇ ਅਤੇ ਲੋੜ ਪੈਣ 'ਤੇ ਉਹਨਾਂ ਦੀ ਮਦਦ ਕਰੇ। ਇਹਦੇ ਬਾਵਜੂਦ ਹਾਲਾਤ ਚੰਗੇ ਨਹੀਂ ਰਹੇ। ਉਹਦੇ ਤੋਂ ਬਾਅਦ ਵੀ ਲਗਾਤਾਰ ਪੱਤਰਕਾਰਾਂ 'ਤੇ ਹਮਲੇ ਹੁੰਦੇ ਰਹੇ, ਔਰ ਬਹੁਤ ਸਾਰੀਆਂ ਥਾਵਾਂ 'ਤੇ ਇਹ ਵੀ ਹੈ ਕਿ ਜਿਹੜੀਆਂ ਸਰਕਾਰਾਂ ਪੱਤਰਕਾਰੀ ਦੀ ਆਜ਼ਾਦੀ ਦੀ ਗੱਲ ਕਰਦੀਆਂ, ਉਹ ਸਰਕਾਰਾਂ ਪੱਤਰਕਾਰੀ ਦਾ, ਪ੍ਰੈਸ ਦਾ, ਮੀਡੀਆ ਦਾ ਗਲਾ ਘੁੱਟਣ ਵਾਲੇ ਪਾਸੇ ਨੂੰ ਵੀ ਤੁਰ ਪੈਂਦੀਆਂ ਰਹੀਆਂ। ਇਹ ਰਿਵਾਜ ਬਹੁਤ ਪੁਰਾਣਾ ਤੇ ਰਿਵਾਜ ਅੱਜ ਵੀ ਹੈਗਾ ਜੀ। ਜਦੋਂ ਵਰਲਡ ਵਾਰ ਸੈਕੰਡ ਲੱਗੀ ਤੇ ਖਤਮ ਹੋਈ, ਉਸ ਵਕਤ ਇਹ ਗੱਲ ਬਹੁਤ ਚਰਚਾ ਵਿੱਚ ਸੀ ਕਿ ਕਈਆਂ ਦੇਸ਼ਾਂ ਦੇ ਵਿੱਚ ਪ੍ਰੈਸ ਨੂੰ ਆਪਣੀਆਂ ਲੋੜਾਂ ਵਾਸਤੇ ਸਰਕਾਰਾਂ ਵੱਲੋਂ ਵਰਤਣ ਦਾ ਗਲਤ ਰਿਵਾਜ ਪੈ ਚੁੱਕਾ ਤੇ ਇਹਨੂੰ ਰੋਕਿਆ ਜਾਣਾ ਚਾਹੀਦਾ। ਇਹਦੀ ਸਭ ਤੋਂ ਵੱਧ ਦੁਰਵਰਤੋਂ ਜਿਹੜੀ ਆ ਜਰਮਨੀ ਦੇ ਵਿੱਚ ਹਿਟਲਰ ਨੇ, ਇਟਲੀ ਦੇ ਵਿੱਚ ਮੁਸੋਲਿਨੀ ਨੇ, ਇਹਨਾਂ ਨੇ ਕੀਤੀ ਸੀ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹੋ ਹੀ ਇਕੱਲੇ ਕਰਦੇ ਸਨ। ਅਮਰੀਕਾ, ਬਰਤਾਨੀਆ ਵਿੱਚ ਵੀ ਹੁੰਦੀ ਸੀ ਅਤੇ ਕਾਫੀ ਹੱਦ ਤੱਕ ਇਹ ਦੋਸ਼ ਰੂਸ ਦੇ ਉੱਤੇ ਵੀ ਲੱਗਦਾ ਸੀ, ਜਿੱਥੇ ਉਦੋਂ ਕਮਿਊਨਿਸਟਾਂ ਦਾ ਰਾਜ ਸੀ। ਸਾਰੇ ਆਪੋ ਆਪਣਾ ਸਪਸ਼ਟੀਕਰਨ ਦਿੰਦੇ ਸਨ, ਸਾਰਿਆਂ 'ਤੇ ਦੋਸ਼ ਲੱਗਦੇ ਸਨ। ਪਰ ਜਦੋਂ ਸਾਰੀ ਇੱਕ UNO ਬਣ ਗਈ, ਸਾਰਿਆਂ ਦੀ ਸਾਂਝੀ ਦੁਨੀਆ ਦੇ ਪੰਚਾਇਤ ਬਣ ਗਈ, ਅਤੇ ਉਸ ਪੰਚਾਇਤ ਨੇ ਕਹਿ ਦਿੱਤਾ ਕਿ ਹਰ ਸਾਲ ਵਰਲਡ ਪ੍ਰੈਸ ਫਰੀडम ਡੇ ਮਨਾਇਆ ਕਰਾਂਗੇ, ਅਤੇ ਉਹਦੇ ਤੋਂ ਬਾਅਦ ਫਿਰ ਪੱਤਰਕਾਰਾਂ ਦੇ ਉੱਤੇ ਹਮਲੇ ਬੰਦ ਹੋ ਜਾਣੇ ਚਾਹੀਦੇ ਸਨ, ਉਹਨਾਂ ਦੇ ਉੱਤੇ ਪਾਬੰਦੀਆਂ ਤੇ ਅੜਿੱਕੇ ਬੰਦ ਹੋ ਜਾਣੇ ਚਾਹੀਦੇ ਸਨ। ਪਰ ਬਦਕਿਸਮਤੀ ਨਾਲ ਅੱਜ ਜਦੋਂ ਉਸ ਗੱਲ ਨੂੰ ਪੌਣੀ ਸਦੀ ਤੋਂ ਵੱਧ ਹੋ ਚੱਲਿਆ, ਉਦੋਂ ਤੱਕ ਵੀ ਉਹ ਅੜਿੱਕੇ ਪੈਣੇ, ਉਹਨਾਂ ਦੇ ਉੱਤੇ ਪਾਬੰਦੀਆਂ ਲੱਗਣੀਆਂ, ਉਹ ਅਜੇ ਤੱਕ ਇਹ ਕੰਮ ਬੰਦ ਹੋਇਆ ਨਹੀਂ ਜੀ। ਮੈਂ ਇਹਦੇ ਸੰਬੰਧ 'ਚ ਇੱਕ ਬੇਨਤੀ ਕਰਾਂ ਕਿ ਮੇਰੇ ਕੋਲ ਜਿਹੜੇ ਅੰਕੜੇ ਪਏ ਉਹ ਇਹ ਦੱਸਦੇ ਆ ਕਿ ਸਾਡੇ ਕੋਲ ਪਿਛਲਿਆਂ ਸਾਲਾਂ 'ਚ ਕਾਫੀ ਵੱਧ ਮੌਤਾਂ ਹੁੰਦੀਆਂ ਰਹੀਆਂ। 1990 ਤੋਂ ਲੈ ਕੇ 2020 ਤੱਕ ਦੇ ਜਿਹੜੇ 30 ਸਾਲ ਨੇ, ਇਹਨਾਂ 30 ਸਾਲਾਂ ਦੇ ਵਿੱਚ ਕੁੱਲ ਮਿਲਾ ਕੇ 2600 ਦੇ ਕਰੀਬ ਜਿਹੜੇ ਉਹ ਪੱਤਰਕਾਰ ਮਾਰੇ ਗਏ। ਅਤੇ ਜਿਹੜੇ ਇਹਦੇ ਵਿੱਚੋਂ ਵੀ ਜਦੋਂ ਗਿਣਨਾ ਤੇ 2015 ਦੇ ਵਿੱਚ 52 ਪੱਤਰਕਾਰਾਂ ਦਾ ਸਾਰੀ ਦੁਨੀਆ 'ਚ ਕਤਲ ਹੋਇਆ, 16 ਦੇ ਵਿੱਚ 53 ਦਾ ਹੋਇਆ, 17 'ਚ 64 ਦਾ ਹੋਇਆ। ਇਹਦੇ ਤੋਂ ਪਹਿਲਾਂ ਮੈਂ ਜਾਣ ਕੇ ਪਿਛਲੇ 2 ਸਾਲ ਇਹੋ ਜਿਹੇ ਛੱਡ ਗਿਆ ਜਿਨ੍ਹਾਂ ਦੀ ਚਰਚਾ ਉਚੇਚੇ ਤੌਰ 'ਤੇ ਕਰਨੀ ਪੈਂਦੀ ਹੈ। ਇੱਕ ਤਾਂ ਸਾਲ 2006 ਦੇ ਵਿੱਚ 155 ਕਤਲ ਇੱਕੋ ਸਾਲ 'ਚ ਹੋਏ ਸਨ। ਦੂਸਰਾ 2014 ਦਾ ਸਾਲ ਬੜਾ ਖਤਰਨਾਕ ਸੀ ਪੱਤਰਕਾਰਾਂ ਵਾਸਤੇ, ਜਦੋਂ ਇੱਕੋ ਸਾਲ ਦੇ ਵਿੱਚ 686 ਕਤਲ ਹੋਏ ਸਨ। ਹੁਣ ਇਹ ਤਾਂ ਗੱਲ ਹੋ ਗਈ ਸਾਲਾਂ ਦੀ, ਇਹ ਗੱਲ ਹੋ ਗਈ ਦੁਨੀਆ ਭਰ ਦੇ ਵਿੱਚ ਜਿਹੜੇ ਇਹਨਾਂ ਪਿਛਲੇ 30 ਸਾਲਾਂ ਦੇ ਵਿੱਚ ਪੱਤਰਕਾਰ ਕਤਲ ਹੋਏ ਆ। ਅਗਲੀ ਗੱਲ ਇਹ ਹੈ ਕਿ ਸਭ ਤੋਂ ਵੱਧ ਕਿੱਥੇ ਕਤਲ ਹੋਏ। ਆ ਜਿਹੜੇ ਸਭ ਤੋਂ ਵੱਧ 2014 ਦੇ ਦੱਸੇ ਆ, ਉਦੋਂ ਤਾਂ ਇਹ ਸੀਰੀਆ ਵਾਲੇ ਪਾਸੇ ਜ਼ਿਆਦਾ ਹੋਏ ਸਨ, ਪਰ ਉੱਦਾਂ ਦੁਨੀਆ ਭਰ ਦਾ ਰਿਕਾਰਡ ਜਦੋਂ ਅਸੀਂ ਲੱਭਦੇ ਹਾਂ ਇਹਨਾਂ 30 ਸਾਲਾਂ ਦਾ, ਤੇ ਉਹਦੇ ਵਿੱਚੋਂ ਸਭ ਤੋਂ ਵੱਧ ਕਤਲ ਪੱਤਰਕਾਰਾਂ ਦੇ ਹੋਏ 340 ਕਤਲ ਇਕੱਲੇ ਇਰਾਕ ਦੇ ਵਿੱਚ, 178 ਇਕੱਲੇ ਮੈਕਸੀਕੋ 'ਚ, 160 ਇਕੱਲੇ ਫਿਲੀਪਾਈਨ 'ਚ, ਚੌਥਾ ਨੰਬਰ ਪਾਕਿਸਤਾਨ ਦਾ ਜਿੱਥੇ 138 ਹੋਏ, ਅਤੇ 5ਵਾਂ ਸਾਡੇ ਇੰਡੀਆ ਦਾ, ਭਾਰਤ ਦਾ, ਜਿੱਥੇ 30 ਸਾਲਾਂ 'ਚ 116 ਕਤਲ ਹੋਏ। ਹੁਣ ਕਈ ਲੋਕ ਕਹਿਣਗੇ ਕਿ ਪਾਕਿਸਤਾਨ ਤੋਂ ਥੋੜ੍ਹੇ ਜਿਹੇ ਘੱਟ ਆ, ਇਹਨੂੰ ਥੋੜ੍ਹੇ ਜਿਹੇ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ। ਪੱਤਰਕਾਰ ਤਾਂ ਇੱਕ ਵੀ ਮਰੇ
ਤੇ ਉਹਦਾ ਸਾਨੂੰ ਸਾਰੇ ਸਮੁੱਚੇ ਸਮਾਜ ਨੂੰ ਦੁੱਖ ਮਨਾਉਣਾ ਚਾਹੀਦਾ ਹੈ, ਕਿਉਂਕਿ ਉਹ ਸਮਾਜ ਦੀ ਸੇਵਾ ਲਈ ਆ। ਪਰ ਜਿਹੜੇ 116 ਨੂੰ ਮੈਂ ਉੱਤੇ ਘੱਟ ਕਹਿਣਾ ਉਹ ਇਸ ਕਰਕੇ ਕਿ ਸਾਡੀ 140 ਕਰੋੜ ਦੀ ਆਬਾਦੀ ਦੇ ਵਿੱਚੋਂ ਇੰਨਿਆਂ ਸਾਲਾਂ 30 ਸਾਲਾਂ 'ਚ 116 ਮਰੇ ਨੇ, ਤੇ ਪਾਕਿਸਤਾਨ ਦੇ ਵਿੱਚ ਆਬਾਦੀ ਸਾਡੇ ਤੋਂ 5ਵਾਂ-6ਵਾਂ ਹਿੱਸਾ, ਤੇ ਉੱਥੇ ਇਹਦੇ ਨਾਲੋਂ ਕਿਤੇ ਵੱਧ 138 ਮਰੇ ਨੇ। ਉੱਥੇ ਅਫਗਾਨਿਸਤਾਨ 'ਚ ਕੁਝ ਹੋਰ ਦੇਸ਼ਾਂ ਦੇ ਵਿੱਚ ਪੱਤਰਕਾਰਾਂ ਵਾਸਤੇ ਹਾਲਤ ਫਿਰ ਬਹੁਤ ਜ਼ਿਆਦਾ ਖਤਰਨਾਕ ਗਿਣੀ ਜਾਂਦੀ ਹੈ। ਮੈਂ ਫਿਰ ਇਹ ਕਹਾਂ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿੱਥੇ ਕਿੰਨੀ ਹੈ, ਬਲਕਿ ਇਹ ਅਸੀਂ ਕੰਪੈਰੀਜ਼ਨ ਨੂੰ, ਇਸ ਤੁਲਨਾ ਨੂੰ, ਇਸ ਮੁਕਾਬਲੇਬਾਜ਼ੀ ਨੂੰ ਛੱਡ ਕੇ ਮੰਨੀਏ ਕਿ ਭਾਰਤ ਵਿੱਚ ਪੱਤਰਕਾਰਾਂ ਦੇ ਕਤਲ ਕਾਫੀ ਵੱਡੀ ਗਿਣਤੀ 'ਚ ਹੋਏ ਆ। 30 ਸਾਲਾਂ 'ਚ 116 ਹੋਣ ਦਾ ਮਤਲਬ ਇਹ ਆ ਕਿ ਹਰ ਸਾਲ ਤਕਰੀਬਨ 4 ਹੋ ਜਾਂਦੇ ਆ, ਕਦੇ 10 ਵੀ ਹੋ ਜਾਂਦੇ ਆ, ਕਦੇ 1 ਹੋ ਜਾਂਦਾ, ਕਦੇ 2 ਹੋ ਜਾਂਦੇ, ਕਦੇ ਫਿਰ 5 ਹੋ ਜਾਂਦੇ ਆ। ਇਸ ਤਰ੍ਹਾਂ ਹੁੰਦੇ ਰਹੇ ਆ ਤੇ ਕੁੱਲ ਮਿਲਾ ਕੇ 30 ਸਾਲਾਂ 'ਚ 116 ਹੋਏ ਆ। ਇਹਦੇ 'ਚ ਮੈਂ ਇਹ ਵੀ ਦੱਸ ਦਿਆਂ ਕਿ ਇਹੋ ਜਿਹੇ ਕਤਲਾਂ ਦੇ ਮਾਮਲਿਆਂ 'ਚ ਕਈ ਵਾਰੀ ਸਿਆਸੀ ਲੀਡਰਾਂ ਦਾ ਨਾਮ ਹੀ ਆਇਆ, ਕਈ ਵਾਰੀ ਸਮਗਲਰਾਂ ਦਾ ਵੀ ਆਇਆ, ਰੇਤ ਬਜਰੀ ਵਾਲੇ ਤਸਕਰਾਂ ਦਾ ਵੀ ਆਇਆ। ਸਾਡੇ ਇੱਥੇ ਪੰਜਾਬ ਦੇ ਵਿੱਚ ਜਲੰਧਰ ਤੇ ਹੁਸ਼ਿਆਰਪੁਰ ਦੇ ਵਿਚਾਲੇ ਜਿਹੜੀ ਹਾਈਵੇ ਜਾਂਦਾ ਪਠਾਨਕੋਟ ਨੂੰ, ਇਹਦੇ ਉੱਤੇ ਇੱਕ ਗੱਡੀ ਨੂੰ ਟਰਾਲਾ ਮਾਰ ਕੇ ਉਲਟਾ ਦਿੱਤਾ ਗਿਆ ਸੀ। ਉਹਦੇ ਵਿੱਚ ਐਸਐਸਪੀ ਤਾਂ ਜ਼ਖਮੀ ਹੋ ਗਿਆ। ਬੜੀ ਮੁਸ਼ਕਿਲ ਇਸ ਤਰ੍ਹਾਂ ਸਮਝਿਆ ਜਾਂਦਾ ਸੀ ਕਿ ਉਹਦੀ ਮੌਤ ਹੋ ਗਈ ਆ, ਪਰ ਉਹ ਬਚ ਗਿਆ। ਉਹਦੇ ਨਾਲ ਬੈਠਾ ਇੱਕ ਨੌਜਵਾਨ ਪੱਤਰਕਾਰ ਜਸਦੀਪ ਮਲਹੋਤਰਾ, ਉਹ ਨਹੀਂ ਸੀ ਬਚ ਸਕਿਆ, ਉਹਦੀ ਮੌਤ ਹੋ ਗਈ ਸੀ। ਤੇ ਉਹ ਮਾਰਿਆ ਸੀ ਜਿਹੜਾ ਟਰਾਲਾ, ਉਹ ਸਮਝਿਆ ਜਾਂਦਾ ਕਿ ਰੇਤ ਬਜਰੀ ਦੀਆਂ ਖੱਡਾਂ ਵਾਲਿਆਂ ਨੇ ਮਾਰਿਆ ਸੀ, ਤੇ ਉਹਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ, ਸਾਬਤ ਨਹੀਂ ਹੁੰਦਾ ਪਿਆ। ਕਈ ਕਿਸਮ ਦੇ ਚਰਚੇ ਚੱਲੀ ਜਾਂਦੇ ਆ ਕਿ ਕਿਹਨੇ ਮਾਰਿਆ ਸੀ ਤੇ ਕਿਹਨੇ ਮਰਵਾਇਆ ਸੀ। ਇਹ ਇਸ ਦੌਰ ਵਿੱਚ ਵੀ ਅਜੇ ਤੱਕ ਚੱਲਦਾ ਪਿਆ। ਔਰ ਬਹੁਤ ਸਾਰੇ ਪੱਤਰਕਾਰ ਆ ਜਿਹੜੇ ਸਾਨੂੰ ਦੱਸਦੇ ਆ ਜੀ ਧਮਕੀਆਂ ਬਹੁਤ ਮਿਲਦੀਆਂ, ਗਾਲਾਂ ਦੁੱਪਣਾ ਤੇ ਆਮ ਜਿਹੀ ਗੱਲ ਹੁੰਦੀ ਆ, ਉਹਦੀ ਅਸੀਂ ਪਰਵਾਹ ਕਰਨੀ ਛੱਡੀ ਲੋਕਾਂ ਨੇ। ਪਰ ਮੈਂ ਇਹ ਸਮਝਦਾ ਕਿ ਅੱਜ ਵਰਲਡ ਪ੍ਰੈਸ ਫਰੀडम ਡੇ ਦੇ ਉੱਤੇ ਭਾਰਤ ਦੇ ਲੋਕਾਂ ਨੂੰ ਇਸ ਗੱਲ ਵਾਸਤੇ ਪਰਨ ਕਰਨਾ ਚਾਹੀਦਾ ਕਿ ਜੇ ਪੱਤਰਕਾਰੀ ਤੁਹਾਡੀ ਆਵਾਜ਼ ਬਣਦੀ ਹੈ, ਜੇ ਪੱਤਰਕਾਰ ਇਸ ਸਮਾਜ ਦੀ ਕੋਈ ਸੇਵਾ ਕਰਦੇ ਆ, ਇਹਨਾਂ 'ਚ ਛੋਟੇ ਪੱਤਰਕਾਰ ਵੀ ਆ, ਵੱਡੇ ਵੀ ਆ। ਅਸੀਂ ਲੋਕਾਂ ਨੇ ਵੀ ਊੜੇ ਤੋਂ ਸ਼ੁਰੂ ਕੀਤਾ ਸੀ ਤੇ ਅਜੇ ਊੜਾ ੜਾ ਲੰਘ ਕੇ ਕੱਕੇ ਖੱਖੇ ਗੱਗੇ ਤੱਕ ਹੀ ਆਏ ਆ। ਸਫ਼ਰ ਬਹੁਤ ਲੰਮਾ ਹੈ ਤੇ ਜਿਹੜੇ ਬਿਲਕੁਲ ਨਵੇਂ ਮੁੰਡੇ ਕੁੜੀਆਂ ਆ ਰਹੇ ਆ, ਉਹਨਾਂ ਨੂੰ ਸਮਾਜ ਦੀ ਸਰਪ੍ਰਸਤੀ ਦੀ ਲੋੜ ਆ, ਸਮਾਜ ਦੀ ਇਸ ਛਤਰਛਾਇਆ ਦੀ ਲੋੜ ਆ ਜਿੱਥੇ ਹੇਠੋਂ ਕੰਮ ਕਰ ਸਕਣ ਤੇ ਸਮਾਜ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋਟੈਕਸ਼ਨ ਕਰੇ, ਉਹਨਾਂ ਨੂੰ ਸਰਪ੍ਰਸਤੀ ਦੇਵੇ। ਮੈਂ ਇਸ ਦਿਨ ਦੇ ਉੱਤੇ ਪੱਤਰਕਾਰ ਭਾਈਚਾਰੇ ਨੂੰ ਵੀ ਕਹਾਂਗਾ ਕਿ ਜਿੱਥੇ ਜਿੱਥੇ ਹੈਗੇ ਹੋ, ਉਖਲੀ 'ਚ ਸਿਰ ਦਿੱਤਾ ਤੇ ਮੋਹਲਿਆਂ ਤੋਂ ਨਹੀਂ ਡਰੀਦਾ, ਆਪਣਾ ਫਰਜ਼ ਨਿਭਾਉਂਦੇ ਰਹੋ, ਸਮਾਜ ਤੁਹਾਡੇ ਨਾਲ ਹੈ। ਇਹਦੇ ਤੋਂ ਬਾਅਦ ਨੰਦਪ੍ਰੀਤ ਜੀ ਤੁਸੀਂ ਸਵਾਲਾਂ ਦੀ ਲੜੀ ਸ਼ੁਰੂ ਕਰ ਸਕਦੇ ਹੋ। ਜੀ ਬਿਲਕੁਲ ਦਰੁਸਤ ਫਰਮਾਇਆ ਪਨੂ ਸਾਹਿਬ। ਤੇ ਖਬਰਾਂ ਵੱਲ ਵਧਦੇ ਹਾਂ ਜੀ ਅੱਗੇ। ਤਾਂ ਪਨੂ ਸਾਹਿਬ, ਸਭ ਤੋਂ ਪਹਿਲਾਂ ਕਿਹਾ ਜਾਂਦਾ ਕਿ ਅਮਰੂਦ ਜਿਹੜਾ ਫਲ ਹੈ ਉਹ ਹਾਜ਼ਮੇ ਦੇ ਲਈ ਵਧੀਆ ਹੁੰਦਾ ਹੈਗਾ, ਤੇ ਇਸੇ ਤਰੀਕੇ ਦੇ ਨਾਲ 44 ਕਰੋੜ ਰੁਪਇਆ ਥੋੜਾ ਬਹੁਤ ਇੱਧਰ ਉੱਧਰ ਕੀਤਾ ਸੀਗਾ। ਅਮਰੂਦਾਂ ਦੇ ਬਾਗ ਦਾ ਮਸਲਾ ਸੀਗਾ, ਤੇ ਪਰ ਵਿਜੀਲੈਂਸ ਵਾਲਿਆਂ ਨੇ ਹਾਜ਼ਮਾ ਖਰਾਬ ਕਰਤਾ। ਪਨੂ ਸਾਹਿਬ, ਇਹ ਪੂਰਾ ਮਸਲਾ ਕੀ ਹੈ ਜੀ? ਤੇ ਅਮਰੂਦਾਂ ਦੇ ਬਾਗ 44 ਕਰੋੜ, ਇਹ ਜ਼ਿਕਰ ਵਾਰ-ਵਾਰ ਕਿਉਂ ਆਈ ਜਾਂਦਾ? ਕੀ ਚੱਲ ਰਿਹਾ ਪਿੱਛੇ? ਇਹ ਅਮਰੂਦਾਂ ਦੇ ਬਾਗਾਂ ਦੀਆਂ ਕਹਾਣੀਆਂ ਅਸੀਂ ਬਹੁਤ ਦੇਰ ਪਹਿਲਾਂ ਦੀਆਂ ਸੁਣੀਆਂ ਨੇ। ਇੱਥੇ ਮਾਝੇ ਦੇ ਵਿੱਚ ਇੱਕ ਬਹੁਤ ਵੱਡਾ ਰਾਜਸੀ ਲੀਡਰ ਹੁੰਦਾ ਸੀ। ਉਹਨੇ 40-45 ਸਾਲ ਪਹਿਲਾਂ ਉਹਦੇ ਮੁੰਡਿਆਂ ਨੇ ਕਿਸੇ ਥਾਂ ਦੇ ਉੱਤੇ ਸੂਆ ਵੱਢ ਲਿਆ ਤੇ ਆਪਣੇ ਖੇਤਾਂ ਨੂੰ ਸਿੱਧਾ ਪਾਣੀ ਦਿੰਦੇ ਸਨ। ਸ਼ਿਕਾਇਤ ਹੋ ਗਈ, ਉੱਪਰੋਂ ਇੱਕ ਪਤਾ ਲੱਗਾ ਕਿ ਟੀਮ ਆਉਣੀ ਆ ਜਿਹੜੀ ਆ ਕੇ ਉਸ ਸਾਰੇ ਸੂਏ ਦੇ ਉੱਤੇ ਟੱਕੀਆਂ ਦਾ ਪਤਾ ਕਰੂ ਕਿੱਥੇ ਕਿੱਥੇ ਲੱਗਦੀਆਂ ਨੇ। ਉਹਨਾਂ ਨੇ ਕੀ ਕੀਤਾ, ਜਦੋਂ ਟੀਮ ਸਵੇਰੇ ਆਉਣੀ ਸੀ, ਉਹਦੇ ਆਉਣ ਤੋਂ ਪਹਿਲਾਂ ਕਿਸੇ ਥਾਂ ਤੋਂ ਲਾਗੇ ਬਾਗ 'ਚੋਂ ਜਾ ਕੇ ਉਹਨਾਂ ਦੇ ਰੁੱਖਾਂ ਦੀਆਂ ਕਰੂੰਬਲਾਂ ਕੱਟ ਕੇ ਲਿਆਂਦੀਆਂ ਤੇ ਲਿਆ ਕੇ ਕਲਮਾਂ ਲਾਤੀਆਂ ਤੇ ਉਹਨਾਂ ਆਖਿਆ ਜੀ ਇੱਥੇ ਤੇ ਸਾਡਾ ਬਾਗ ਆ, ਬਾਗਾਂ ਨੂੰ ਐਦਾਂ ਪਾਣੀ ਫ੍ਰੀ ਹੁੰਦਾ, ਇੱਥੇ ਸਾਡਾ ਮੋਗਾ ਵੱਡਾ ਲਵਾ ਦਿਓ ਤੇ ਆਹ ਟੱਕੀ ਟੁੱਕੀ ਅਸੀਂ ਕੋਈ ਨਹੀਂ ਲਾਈ, ਅਸੀਂ ਤੇ ਕੰਮ ਵਸਾਰਦੇ ਪਏ ਆ। ਆਹ ਜਿਹੜਾ ਪਾਣੀ ਅਸੀਂ ਦੂਸਰਿਆਂ ਦੇ ਹਿੱਸੇ ਦਾ, ਪਿੰਡ ਵਾਲਿਆਂ ਦਾ ਲਿਆਂਦਾ। ਇੱਕ ਉੱਥੇ ਜਿਹੜਾ ਇੰਜੀਨੀਅਰ ਗਿਆ ਸੀ, ਉਹ ਕਹਿੰਦਾ ਇੱਕ ਬੂਟਾ ਪੁੱਟ ਕੇ ਵੇਖਾਂ, ਉਹਨੂੰ ਸ਼ੱਕ ਪਿਆ ਕਿ ਨਵੇਂ ਲੱਗੇ ਆ। ਉਹ ਕਹਿੰਦੇ ਜੀ ਪੁੱਟ ਲਓ, ਪਰ 500 ਰੁਪਏ ਦਾ ਇੱਕ ਬੂਟਾ। ਇਹ ਉਸ ਵਕਤ ਦੀਆਂ ਗੱਲਾਂ ਜਦੋਂ ਟੀਚਰ ਦੀ ਮਹੀਨੇ ਦੀ ਤਨਖਾਹ ਜਿਹੜੀ ਆ ਉਹ 450 ਰੁਪਈਆ ਹੁੰਦੀ ਸੀ, ਤੇ ਉਹ ਇੰਜੀਨੀਅਰ ਵਿਚਾਰਾ ਪੁੱਟਣ ਦੇ ਬਜਾਏ ਚੁੱਪ ਕਰਕੇ ਨਾ ਪਿੱਛੇ ਹਟ ਗਿਆ। ਇੱਦਾਂ ਦੇ ਕੰਮ ਉਦੋਂ ਵੀ ਚੱਲਦੇ ਰਹੇ ਸੀ। ਹੁਣ ਜਿਹੜਾ ਮਾਮਲਾ ਤੁਸੀਂ ਅਮਰੂਦਾਂ ਦੇ ਬਾਗਾਂ ਦਾ ਕਹਿੰਦੇ, ਇਹ ਮੋਹਾਲੀ ਦਾ ਹੈ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਇਲਾਕੇ ਦਾ। ਉੱਥੇ 에ਅਰਪੋਰਟ ਬਣਨਾ ਸੀ, ਉੱਥੇ ਡਿਵੈਲਪਮੈਂਟ ਹੋਣੀ ਸੀ। ਪਤਾ ਲੱਗਾ ਕਿ ਇਹ ਜਿਹੜੀਆਂ ਜ਼ਮੀਨਾਂ ਇਹਨਾਂ ਦੀ ਬਹੁਤ ਮੋਟੀ ਜਿਹੜੀ ਹੈ ਰਕਮ ਮਿਲਣੀ ਹੈ ਸਰਕਾਰ ਤੋਂ, ਤੇ ਕਈਆਂ ਲੋਕਾਂ ਨੇ ਰਾਤੋਂ ਰਾਤ ਲੱਖਾਂ ਦੇ ਭਾਅ ਖਰੀਦੀਆਂ ਤੇ ਫਿਰ ਕਰੋੜਾਂ ਦੇ ਭਾਅ ਸਰਕਾਰ ਨੂੰ 에ਅਰਪੋਰਟ ਬਣਾਉਣ ਵਾਸਤੇ, ਉੱਥੇ ਐਕਸਪ੍ਰੈਸਵੇ ਬਣਾਉਣ ਵਾਸਤੇ, ਉੱਥੇ ਕਲੋਨੀਆਂ ਕੱਟਣ ਵਾਸਤੇ, ਹੋਰ ਪ੍ਰੋਜੈਕਟਾਂ ਵਾਸਤੇ ਦੇ ਦਿੱਤੀਆਂ ਸੀ। ਉਸੇ ਚੱਕਰ ਦੇ ਵਿੱਚ ਕੁਝ ਠੱਗਾਂ ਨੇ ਕੁਝ ਲੋਕਾਂ ਤੋਂ ਜ਼ਮੀਨਾਂ ਲੀਜ਼ ਦੇ ਉੱਤੇ 25-25, 30-30 ਸਾਲ ਵਾਸਤੇ ਲੈ ਲਈਆਂ ਤੇ ਉੱਥੇ ਲਿਖਾ ਦਿੱਤਾ ਕਿ ਇੱਥੇ ਅਮਰੂਦਾਂ ਦੇ ਬਾਗ ਹੈ,
ਨਾ ਉੱਥੇ ਕੋਈ ਬਾਗ ਲੱਗੇ ਨਾ ਕੁਛ, ਪਟਵਾਰੀ ਨਾਲ ਰਲਿਆ ਸੀ, ਹੋਰ ਅਫਸਰ ਨਾਲ ਰਲੇ ਸੀ ਤੇ ਇਸ ਤਰ੍ਹਾਂ ਦੇ ਅਮਰੂਦਾਂ ਦੇ ਬਾਗ ਵਿਖਾ ਕੇ ਕਾਗਜ਼ਾਂ ਦੇ ਵਿੱਚ ਤੇ ਹਿੱਸਾ ਪੱਤੀ ਵੰਡ ਲਈ ਤੇ ਕਰੋੜਾਂ ਰੁਪਈਆ ਜਿਹੜਾ ਸਰਕਾਰ ਤੋਂ ਇਹ ਕਹਿ ਕੇ ਲੈ ਲਿਆ ਕਿ ਇੱਥੇ ਤੇ ਲੰਮਾ ਸਮਾਂ ਚੱਲਣ ਵਾਲੀ ਜਿਹੜੀ ਅਮਰੂਦਾਂ ਦੇ ਬਾਗਾਂ ਦੀ ਫਸਲ ਸੀ ਉਹ ਸੀਗੀ, ਇਹ ਸਧਾਰਨ ਕੋਈ ਕਣਕ ਝੋਨਾ ਨਹੀਂ ਸੀ, ਉਹਨਾਂ ਦਾ ਮੁਆਵਜ਼ਾ ਵੀ ਬਹੁਤ ਵੱਡਾ ਲੈ ਗਏ ਤੇ ਉਹ ਸਾਰੀ ਹੇਰਾਫੇਰੀ ਵੀ ਇੱਥੇ ਹੋਈ ਸੀ। ਹੁਣ ਵਿਜੀਲੈਂਸ ਦੀ ਜਾਂਚ ਦੇ ਵਿੱਚ ਇੱਕ ਪਿੱਛੋਂ ਦੂਸਰਾ, ਦੂਸਰੇ ਪਿੱਛੋਂ ਤੀਸਰਾ ਗੰਢੇ ਦੀਆਂ ਛਿੱਲਾਂ ਲੱਥਦੀਆਂ ਜਾਂਦੀਆਂ ਨੇ, ਬਹੁਤ ਸਾਰੇ ਲੋਕ ਉਹ 'ਚ ਫਸਦੇ ਜਾਂਦੇ ਨੇ। ਪਤਾ ਲੱਗਾ ਕਿ ਕੱਲ 7-8 ਬੰਦੇ ਉਹਨਾਂ ਨੇ ਫੜ ਲਿਆ, ਪਰ ਇਹ ਜੇ ਫੁੱਲਣਾ ਸ਼ੁਰੂ ਕਰ ਦੇਵੇ ਵਿਜੀਲੈਂਸ ਤੇ ਗੱਲ ਇੱਥੋਂ ਤੱਕ ਵੀ ਜਾਣੀ ਹੈ ਕਿ ਜਿਹੜੀਆਂ ਜ਼ਮੀਨਾਂ 3 ਮਹੀਨੇ ਪਹਿਲਾਂ ਹੋਰਨਾਂ ਲੋਕਾਂ ਦੇ ਨਾਵਾਂ ਤੇ ਸੀ, ਰਾਤੋਂ ਰਾਤ ਵੱਡੇ ਅਫਸਰਾਂ ਨੇ, ਵੱਡੇ ਲੀਡਰਾਂ ਨੇ ਤੇ ਲੀਡਰਾਂ ਦੇ ਦਲਾਲਾਂ ਨੇ ਕੱਖਾਂ ਦੇ ਭਾਅ ਖਰੀਦ ਲਈਆਂ ਤੇ ਕਰੋੜਾਂ ਦੇ ਭਾਅ ਸਰਕਾਰ ਨੂੰ ਦਿੱਤੀਆਂ। ਉਹ ਕਿਹੜੀਆਂ ਸੀ? ਤੇ ਜਦੋਂ ਇਹ ਫੁੱਲਣਾ ਸ਼ੁਰੂ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਵੱਡੇ ਲੀਡਰ, ਸਾਬਕਾ ਮੰਤਰੀ, ਸਾਬਕਾ MLA, ਸਾਬਕਾ MP ਤੇ ਬਹੁਤ ਸਾਰੇ ਵੱਡੇ ਅਫਸਰ ਫਸਣੇ ਆ। ਉਸ ਪਾਸੇ ਵੀ ਇਹ ਜਾਂਚ ਹੋਣੀ ਚਾਹੀਦੀ ਹੈ। ਸਰਕਾਰ ਦਾ ਪੈਸਾ ਤਾਂ ਗਿਆ ਹੀ ਗਿਆ, ਉਹ ਪੈਸਾ ਸਰਕਾਰ ਦਾ ਨਹੀਂ, ਪੰਜਾਬ ਦੇ ਲੋਕਾਂ ਦੀ ਟੈਕਸਾਂ ਦੀ ਕਮਾਈ ਸੀ, ਜਾਂ ਭਾਰਤ ਦੇ ਲੋਕਾਂ ਦੀ। ਜੇ ਭਾਰਤ ਸਰਕਾਰ ਨੇ ਦਿੱਤਾ ਟੈਕਸਾਂ ਦੀ ਕਮਾਈ 'ਚੋਂ ਆਇਆ ਸੀ। ਇੱਕ ਤਾਂ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟੀ ਗਈ ਆ, ਦੂਸਰਾ ਇਹ ਕਿ ਇਹ ਠੱਗਾਂ ਚੋਰਾਂ ਨੇ ਬਾਹਰ ਦੇ ਵਿੱਚ ਜੋ ਕੁਝ ਕੀਤਾ, ਉਸ ਪੈਸੇ ਨੇ ਉਸ ਇਲਾਕੇ ਦੇ ਵਿੱਚ ਹੇਰਾਫੇਰੀ ਤੇ ਬੇਈਮਾਨੀ ਦਾ ਮਾਲ ਮਹਿਕਮੇ 'ਚ ਇਹੋ ਜਿਹਾ ਮੁੱਢ ਬੰਨਿਆ ਜਿਹਦਾ ਅਜੇ ਤੱਕ ਕੋਈ ਸਿਰਾ ਲੱਗਾ ਨਜ਼ਰ ਨਹੀਂ ਆਉਂਦਾ। ਇਸ ਕਰਕੇ ਜੇ ਵਿਜੀਲੈਂਸ ਨੇ ਪੜਤਾਲ ਸ਼ੁਰੂ ਕੀਤੀ ਹੈ ਤੇ ਸੀਮਤ ਨਹੀਂ ਰੱਖਣੀ ਚਾਹੀਦੀ, ਥੋੜਾ ਅੱਗੇ ਹੋਰ ਅੱਗੇ ਤੇ ਹੋਰ ਅੱਗੇ ਵਧਣਾ ਚਾਹੀਦਾ। ਜੀ ਬਿਲਕੁਲ ਠੀਕ ਹੈ ਪੰਨੂ ਸਾਹਿਬ, ਪੜਤਾਲ ਤਾਂ ਅੱਗੇ ਤੁਰੀ ਹੈ, ਦੇਖਦੇ ਹਾਂ ਅੱਗੇ ਕਿੱਥੇ ਕੁ ਤੱਕ ਜਾਂਦੀ ਹੈ। ਪਰ ਪੰਨੂ ਸਾਹਿਬ, ਪਠਾਨਕੋਟ ਦੇ ਵਿੱਚ ਸਵੇਰ ਸਾਰ ਇੱਕ ਖਬਰ ਆਈ ਕਿ ਪਠਾਨਕੋਟ ਦੇ ਵਿੱਚ ਜੀ ਹਾਈ ਅਲਰਟ ਜਾਰੀ ਹੋ ਗਿਆ, ਸਾਰੇ ਸਰਕਾਰੀ ਸਕੂਲ ਬੰਦ ਕਰ ਦਿੱਤੇ, ਹੋਰ ਅਦਾਰੇ ਬੰਦ ਕਰਨ ਦੇ ਹੁਕਮ ਜਿਹੜੇ ਹੋਏ ਨੇ। ਪਰ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਵੀ ਇੱਕ ਪ੍ਰੈਸ ਨੋਟ ਆਉਂਦਾ ਕਿ ਉਹਨਾਂ ਨੇ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹੈ। ਤੇ ਪੰਨੂ ਸਾਹਿਬ, ਇਸ ਵੇਲੇ ਸਥਿਤੀ ਕੀ ਹੈ ਤੇ ਇਸ ਖਬਰ ਦੇ ਪਿੱਛੇ ਕੀ ਸੱਚਾਈ ਹੈ? ਤੁਹਾਡੇ ਕੋਲ ਕੀ ਜਾਣਕਾਰੀ ਹੈ ਜੀ? ਵੇਖੋ, ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰਦਾ ਹੁੰਦਾ, ਸਾਰਿਆਂ ਨੂੰ ਪਤਾ। ਲੋਕੀ ਉਸ ਇਲਾਕੇ 'ਚ ਹੋਈਆਂ ਪਿਛਲੀਆਂ ਮਾੜੀਆਂ ਘਟਨਾਵਾਂ ਤੋਂ ਡਰੇ ਪਏ ਨੇ। ਉਹਨਾਂ ਦੇ ਮਨ 'ਚ ਹੈਗਾ ਵੀ ਇੱਥੇ ਹੋ ਸਕਦਾ ਕੁਛ। ਜੇ ਸਰਕਾਰ ਕਹਿੰਦੀ ਇਹੋ ਜਿਹਾ ਕੁਛ ਨਹੀਂ ਤੇ ਕੁਛ ਨਹੀਂ ਮੰਨਣਾ ਚਾਹੀਦਾ, ਪਰ ਫਿਰ ਵੀ ਚੌਕਸੀ ਰੱਖਣ ਵਿੱਚ ਹਰਜ ਕੋਈ ਨਹੀਂ। ਮਾਮਲਾ ਉਸ ਬਾਰਡਰ ਦਾ ਜਿੱਥੇ ਹੁਣ ਤੁਸੀਂ ਫਰਜ਼ ਕਰੋ ਪਠਾਨਕੋਟ ਜ਼ਿਲ੍ਹੇ 'ਚ ਦੀਨਾਨਗਰ ਆ, ਦੀਨਾਨਗਰ ਤੋਂ ਪਰਲੇ ਪਾਸੇ ਉਹਨਾਂ ਦਾ ਜਿਹੜਾ ਸ਼ਕਰਗੜ੍ਹ ਜ਼ਿਲ੍ਹਾ ਹੈਡਕੁਆਟਰ ਆ, ਜੇ ਮੈਂ ਭੁੱਲਦਾ ਨਹੀਂ ਸ਼ਕਰਗੜ੍ਹ ਹੀ ਆ। ਜੇ ਸਿੱਧਾ ਕਰੋਫਲਾਈ ਵੇਖੋ ਤੇ 18 ਕਿਲੋਮੀਟਰ ਮਸਾਂ ਬਣਦਾ, ਵਿਚਾਲੇ ਦਰਿਆ ਵਾ ਤੇ ਬਾਰਡਰ ਆ, ਆਮੋ ਸਾਹਮਣੇ ਆ। ਬੰਦਾ ਤੁਰ ਪਵੇ ਤੇ 2-2.5 ਘੰਟਿਆਂ 'ਚ ਪੈਦਲ ਉਸ ਤੱਕ ਪਹੁੰਚ ਜਾਂਦਾ। ਉੱਥੋਂ ਅੱਗੇ ਵੀ ਘੁਸਪੈਠ ਹੁੰਦੀ ਰਹੀ ਆ। ਸਾਨੂੰ ਇਹ ਵੀ ਪਤਾ ਕਿ ਪਠਾਨਕੋਟ ਦੇ ਵਿੱਚ 에ਅਰਫੋਰਸ ਸਟੇਸ਼ਨ ਤੇ ਹਮਲਾ ਹੋਇਆ ਸੀ ਤੇ ਜਿਹੜੇ ਹਮਲਾਵਰ ਸਨ ਉਹ ਪਿੱਛੋਂ ਇੱਕ ਪੁਲਿਸ ਅਫਸਰ ਦੀ ਗੱਡੀ ਤੇ ਚੜ੍ਹ ਕੇ ਆਏ ਸਨ ਤੇ ਪੁਲਿਸ ਅਫਸਰ ਕਹਿੰਦਾ ਕਿ ਮੈਨੂੰ ਉਹਨਾਂ ਨੇ ਅਗਵਾ ਕਰ ਲਿਆ ਸੀ, ਫਿਰ ਮੈਨੂੰ ਕੁੱਟ ਕੇ ਸੁੱਟ ਗਏ, ਮੇਰੀ ਗੱਡੀ ਲੈ ਕੇ ਚਲੇ ਗਏ। ਤੇ ਜਿੱਡਾ ਵੱਡਾ ਉਹ ਕਾਂਡ ਵਾਪਰਿਆ ਸੀ, ਉਸ ਕਾਂਡ ਦਾ ਸਾਰਿਆਂ ਨੂੰ ਚੇਤਾ ਕਿ ਉਹਦੇ ਵਿੱਚ ਕਿੰਨਾ ਨੁਕਸਾਨ ਹੋਇਆ ਸੀ ਤੇ ਭਾਰਤ ਸਰਕਾਰ ਨੂੰ ਕਿੰਨੇ ਸਵਾਲਾਂ ਦਾ ਜਵਾਬ ਦੇਣਾ ਪਿਆ ਸੀ। ਉਹਨਾਂ ਦਿਨਾਂ ਦੇ ਵਿੱਚ ਹੀ ਦੀਨਾਨਗਰ ਦੇ ਥਾਣੇ ਤੇ ਹਮਲਾ ਹੋਇਆ ਸੀ। ਉਸ ਥਾਣੇ ਦੇ ਉੱਤੇ ਹਮਲੇ ਤੋਂ ਬਾਅਦ ਜਿੰਨਾ ਲੰਮਾ ਉੱਥੇ ਲੜਨਾ ਪਿਆ ਤੇ ਜਿੰਨਾ ਕੁ ਨੁਕਸਾਨ ਹੋਇਆ ਸੀ, ਉਹਦੇ ਵੀ ਜਾਨੀ ਨੁਕਸਾਨ ਨਾਲੋਂ ਵੀ ਵੱਧ ਜਿਹੜੀ ਭਾਰਤ ਦੇ ਅਕਸ ਨੂੰ ਸੱਟ ਵੱਜੀ ਸੀ। ਸਾਰੀ ਦੁਨੀਆ ਦੇ ਵਿੱਚ ਇਹ ਰੌਲਾ ਪਿਆ ਸੀ ਕਿ ਇਸ ਇਲਾਕੇ 'ਚ ਨਾ ਹੀ ਆਪਣਾ 에ਅਰਫੋਰਸ ਦਾ ਸਟੇਸ਼ਨ ਸੰਭਾਲਣ ਜੋਗੇ ਆ, ਨਾ ਇਸ ਇਲਾਕੇ 'ਚ ਆਪਣਾ ਪੁਲਿਸ ਦਾ ਥਾਣਾ ਸੰਭਾਲਣ ਜੋਗੇ ਆ। ਇਹਨਾਂ ਉੱਤੇ ਮੁੜ ਕੇ ਹਮਲੇ ਹੁੰਦੇ ਆ। ਇਹ ਹਰ ਗੱਲ ਦੇ ਉੱਤੇ ਕਹਿੰਦੇ ਸੀ ਪਾਕਿਸਤਾਨ ਵਾਲਿਆਂ ਨੇ ਆਹ ਕਰਤਾ, ਪਾਕਿਸਤਾਨ ਵਾਲਿਆਂ ਨੇ ਉਹ ਕਰਤਾ, ਪਰ ਕਹਿਣ ਵਾਲੇ ਕਹਿੰਦੇ ਸੀ ਕਿ ਪਾਕਿਸਤਾਨ ਵਾਲੇ ਕਰਦੇ ਨੇ ਤੇ 20 ਵਾਰੀ ਕਰਨ, ਉਹ ਅੱਗੇ ਕਿਹੜਾ ਘੱਟ ਕਰਦੇ ਆ। ਜੰਮੂ ਕਸ਼ਮੀਰ 'ਚ ਕਿੰਨੇ ਚਿਰ ਦਾ ਚੱਲਦਾ ਪਿਆ, ਉਹ ਲੜਾਈ ਚੱਲਦੀ, ਉਹਨੂੰ ਵੱਖਰੇ ਤੌਰ ਤੇ ਚੱਲਦੀ ਰਹਿਣ ਦਿਓ। ਸਵਾਲ ਵੱਡਾ ਇਹ ਆ ਕਿ ਤੁਸੀਂ ਆਪਣੀਆਂ ਜਿਹੜੀਆਂ ਮਿਲਟਰੀ ਐਸਟੈਬਲਿਸ਼ਮੈਂਟ ਆ, ਤੁਹਾਡੇ ਜਿਹੜੇ ਫੌਜੀ ਟਿਕਾਣੇ ਆ, 에ਅਰਫੋਰਸ ਦੇ ਟਿਕਾਣੇ ਆ, ਕੀ ਤੁਸੀਂ ਇਹਨਾਂ ਦੀ ਰਾਖੀ ਵੀ ਕਰਨ ਜੋਗੇ ਨਹੀਂ? ਇਹਦੇ ਉੱਤੇ ਬਹੁਤ ਸਰਕਾਰ ਨੂੰ ਸਵਾਲਾਂ ਦਾ ਜਵਾਬ ਦੇਣਾ ਪਿਆ ਸੀ। ਦੀਨਾਨਗਰ ਦੇ ਹਮਲੇ ਦੇ ਮਾਮਲੇ ਵਿੱਚ ਵੀ ਬੜਾ ਕੁਝ ਆਖਿਆ ਜਾ ਸਕਦਾ ਸੀ। ਹਾਲਾਂਕਿ ਮੈਂ ਸਮਝਦਾ ਸਰਕਾਰ ਭਾਵੇਂ ਜੇ ਮੈਂ ਭੁੱਲਦਾ ਨਹੀਂ ਤੇ ਅਕਾਲੀ ਦਲ ਦੀ ਸੀ ਜਾਂ ਸ਼ਾਇਦ ਕਾਂਗਰਸੀ, ਮੈਨੂੰ ਸਾਲ ਉਹ ਯਾਦ ਨਹੀਂ, ਪਰ ਇਹ ਗੱਲ ਪੱਕੀ ਆ ਕਿ ਉਸ ਵਕਤ ਉੱਥੇ ਪੁਲਿਸ ਮੁਲਾਜ਼ਮਾਂ ਨੇ ਵੀ ਤੇ ਪੁਲਿਸ ਅਫਸਰਾਂ ਨੇ ਵੀ ਲੜਾਈ ਪੂਰੀ ਲੜੀ ਸੀ। ਉਹਦੇ 'ਚ ਘਾਟ ਕੋਈ ਨਹੀਂ ਸੀ ਰਹਿ ਗਈ ਤੇ ਬਾਅਦ 'ਚ ਦਿੱਲੀ ਤੋਂ ਵੀ ਕਮਾਂਡੋ ਆਣ ਪਹੁੰਚੇ ਸਨ ਤੇ ਬਹੁਤ ਵੱਡਾ ਨੁਕਸਾਨ ਹੋਣ ਤੋਂ ਉਹਨਾਂ ਬਚਾਅ ਕਰ ਲਿਆ ਸੀ। ਇਹਦੇ ਬਾਵਜੂਦ ਜਿਹੜੀ ਦੂਜੀ ਚਰਚਾ ਸੀ ਕਿ ਸਰਕਾਰ ਆਪਣੇ ਇਹੋ ਜਿਹੇ ਫੌਜੀ ਟਿਕਾਣੇ ਤੇ ਪੁਲਿਸ ਦੇ ਸੁਰੱਖਿਆ ਫੋਰਸਾਂ ਦੇ ਟਿਕਾਣੇ ਵੀ ਬਚਾਉਣ ਜੋਗੀ ਨਹੀਂ, ਉਹਦਾ ਜਵਾਬ ਬਹੁਤ ਸਾਰੀਆਂ ਥਾਵਾਂ ਤੇ ਦੇਣਾ ਪਿਆ ਸੀ। ਮੈਂ ਇਹ ਸਮਝਦਾ ਆਨੰਦਪ੍ਰੀਤ ਜੀ, ਇਸ ਵੇਲੇ ਅੱਜ ਜਿਹੜੀ ਗੱਲ ਉੱਥੋਂ ਪਠਾਨਕੋਟ ਵਾਲੇ ਪਾਸਿਓਂ ਆਈ ਉਹ ਇਹ ਸੀ ਕਿ ਪਹਿਲਾਂ ਪਰਲੇ ਪਾਸੇ ਪਾਕਿਸਤਾਨ ਵੱਲ ਲੋਕੀ ਕਣਕਾਂ ਵੱਢਦੇ ਸੀ। ਉਹ ਕਣਕਾਂ ਵੱਢਦਿਆਂ
ਅਚਾਨਕ ਇਸ ਤਰ੍ਹਾਂ ਹੋਇਆ, ਕੁਝ ਹਿਲਜੁਲ ਜਿਹੀ ਹੋਈ ਤੇ ਉਸ ਹਿਲਜੁਲ ਦੇ ਵਿੱਚ ਪਤਾ ਲੱਗਾ ਕਿ ਫੌਜ ਵਾਲੇ ਵੀ ਆਸੇ-ਪਾਸੇ ਫਿਰਦੇ ਆ। ਉਹਦੇ ਤੋਂ ਸਾਡੀਆਂ ਸੁਰੱਖਿਆ ਫੋਰਸਾਂ ਵੀ ਚੌਕਸ ਹੋ ਗਈਆਂ, ਔਰ ਚੌਕਸ ਹੋਣਾ ਚੰਗੀ ਗੱਲ ਆ, ਕੋਈ ਗਲਤ ਨਹੀਂ। ਇਹਦੇ ਤੋਂ ਇੱਕਦਮ ਸਾਡੇ ਵਾਲੇ ਪਾਸੇ ਲੋਕਾਂ 'ਚ ਇਹ ਪ੍ਰਚਾਰ ਫੈਲ ਗਿਆ ਕਿ ਅੱਜ ਪਤਾ ਨਹੀਂ ਕੀ ਹੋ ਜਾਣਾ, ਸ਼ਾਮ ਤੱਕ ਆਹ ਨਾ ਹੋ ਜਾਵੇ, ਉਹ ਨਾ ਹੋ ਜਾਵੇ। ਇਹ ਬੜੀਆਂ ਗੱਲਾਂ ਚੱਲੀਆਂ ਸਨ, ਚੱਲਦੀਆਂ ਨਿਊਜ਼ ਸਾਈਟਾਂ ਤੇ ਵੀ ਚੜ੍ਹ ਗਈਆਂ, ਚੈਨਲਾਂ ਤੇ ਵੀ ਚੜ੍ਹ ਗਈਆਂ। ਹੁਣ ਜੇ ਸਰਕਾਰ ਕਹਿੰਦੀ ਆ ਕਿ ਉੱਥੇ ਇਹੋ ਜਿਹੀ ਕੋਈ ਗੱਲ ਨਹੀਂ, ਤੇ ਇਹ ਮੰਨ ਲੈਣਾ ਚਾਹੀਦਾ ਕਿ ਸਰਕਾਰ, ਇੱਕ ਗੱਲ ਇਹ ਵੀ ਸਾਰਿਆਂ ਨੂੰ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਪਿਛਲੇ ਸਮੇਂ ਦੇ ਵਿੱਚ, ਪਿਛਲੇ 1 ਸਾਲ ਤੇ 2 ਮਹੀਨੇ ਸਮੇਂ ਦੇ ਵਿੱਚ ਕਰੀਬ ਜਿਹੜੀ ਸਰਕਾਰ ਚੱਲਦੀ ਪਈ ਆ, ਇਹਨਾਂ ਦੇ ਕੇਂਦਰ ਸਰਕਾਰ ਨਾਲ ਮਤਭੇਦ, ਬਹੁਤ ਤਿੱਖੇ ਮਤਭੇਦ ਆ, ਰਾਜਸੀ ਮਤਭੇਦ। ਪਰ ਜਦੋਂ ਦੇਸ਼ ਦੀ ਏਕਤਾ ਅਖੰਡਤਾ ਦਾ ਸਵਾਲ ਆਉਂਦਾ, ਜਾਂ ਇੱਥੇ ਸੁਰੱਖਿਆ ਦਾ ਸਵਾਲ ਆਉਂਦਾ, ਜਾਂ ਕਿਸੇ ਬਾਹਰੀ ਤਾਕਤ ਵੱਲੋਂ ਕਿਸੇ ਕਿਸਮ ਦੀ ਸ਼ਰਾਰਤ ਦਾ ਸਵਾਲ ਆਉਂਦਾ, ਛੇੜਛਾੜ ਦਾ ਸਵਾਲ ਆਉਂਦਾ, ਉਹਦੇ ਉੱਤੇ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਪੂਰੇ ਤਾਲਮੇਲ ਨਾਲ ਚੱਲ ਰਹੀ ਹੈ। ਗੱਲ ਕੇਂਦਰ ਵਾਲੇ ਵੀ ਕਹਿੰਦੇ ਆ, ਘੱਟੋ ਘੱਟ ਸੁਰੱਖਿਆ ਦੇ ਮਾਮਲੇ ਤੇ ਅਜੇ ਤੱਕ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਇਹੋ ਜਿਹਾ ਕੋਈ ਜਿਹੜਾ ਕਿੰਤੂ ਪਰੰਤੂ ਨਹੀਂ ਕੀਤਾ। ਤੇ ਇੱਧਰੋਂ ਪੰਜਾਬ ਸਰਕਾਰ ਵੀ ਮੁੜ-ਮੁੜ ਕਹਿੰਦੀ ਆ ਕਿ ਅਸੀਂ ਕੇਂਦਰ ਨਾਲ ਪੂਰੀ ਤਰ੍ਹਾਂ ਤਾਲਮੇਲ ਕਰਕੇ ਚੱਲ ਰਹੇ ਹਾਂ। ਉਸ ਤਾਲਮੇਲ ਦਾ ਕਰਕੇ ਮੈਂ ਕਹਿੰਦਾ ਕਿ ਜੇ ਸਰਕਾਰ ਨੇ ਬਿਆਨ ਦਿੱਤਾ, ਮੈਨੂੰ ਨਹੀਂ ਪਤਾ ਪੰਜਾਬ ਸਰਕਾਰ ਨੇ ਦਿੱਤਾ ਕਿ ਕੇਂਦਰ ਨੇ ਦਿੱਤਾ, ਜੇ ਉਹ ਕਹਿੰਦੇ ਆ ਕਿ ਇਹੋ ਜਿਹੀ ਕੋਈ ਗੱਲ ਨਹੀਂ, ਪਰਲੇ ਪਾਸੇ ਘੁਸਪੈਠ ਦੀ ਜਾਂ ਕਿਸੇ ਵੱਡੀ ਸਾਜ਼ਿਸ਼ ਦੀ, ਸ਼ਰਾਰਤ ਦੀ, ਤੇ ਸਾਨੂੰ ਇਹ ਮੰਨ ਲੈਣਾ ਚਾਹੀਦਾ। ਇਹਦੇ ਬਾਵਜੂਦ ਬਾਬੇ ਕਹਿੰਦੇ ਹੁੰਦੇ ਸੀ, ਘਰ ਪੱਕਾ ਰੱਖ ਤੇ ਚੋਰ ਨਾ ਕਿਸੇ ਨੂੰ ਆਖ। ਜਿੱਥੇ ਜਿੱਥੇ ਜਿਹੜਾ ਵੀ ਕੋਈ ਹੈਗਾ, ਆਪਣਾ ਘਰ, ਆਪਣਾ ਮਹੱਲਾ, ਆਪਣਾ ਪਰਿਵਾਰ, ਆਪਣਾ ਪਿੰਡ, ਉਹ ਸਾਰੇ ਕੁਝ ਦੀ ਚੌਕਸੀ ਵਾਸਤੇ ਜੋ ਕੁਝ ਕਰਨ ਦੀ ਲੋੜ ਉਹ ਕਰੀ ਜਾਣਾ ਚਾਹੀਦਾ। ਇਹ ਨਹੀਂ ਪਤਾ ਹੁੰਦਾ ਦੁਸ਼ਮਣ ਬਾਤ ਕਰੇ ਅਣਹੋਣੀ, ਉਹਨਾਂ ਕੀ ਕਰਨਾ, ਕਦੋਂ ਕਰਨਾ, ਕਿੱਥੇ ਕਰਨਾ, ਕਿਉਂਕਿ ਪਤਾ ਨਹੀਂ। ਇਸ ਕਰਕੇ ਚੌਕਸੀ ਹਰ ਥਾਂ ਤੇ ਰੱਖੀ ਜਾਣੀ ਚਾਹੀਦੀ ਹੈ। ਜੀ ਬਿਲਕੁਲ ਠੀਕ ਹੈ ਪੰਨੂ ਸਾਹਿਬ। ਪੰਨੂ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ। ਤੇ ਉੱਥੇ ਸਾਬਕਾ CMD ਹੈ ਜਿਹੜੇ, ਉਹਨਾਂ ਤੋਂ CBI ਨੇ ਇੱਕ ਤਰੀਕੇ ਦੇ ਨਾਲ ਜਾਂਚ ਕੀਤੀ ਉਹਨਾਂ ਦੀ, ਤੇ ਉਸ ਤੋਂ ਬਾਅਦ 20 ਕਰੋੜ ਦੀ ਕਹਿੰਦੇ ਨਕਦੀ ਫੜ ਹੋਈ ਹੈ। ਇਹ ਪੂਰਾ ਮਾਮਲਾ ਕੀ ਹੈ ਜੀ? ਤੇ 20 ਕਰੋੜ ਰੁਪਇਆ ਕੀ ਇੱਥੇ ਕਿ ਤੱਕ ਹੀ ਕਹਾਣੀ ਮੁੱਕ ਜਾਂਦੀ ਹੈ, ਜਾਂ ਫਿਰ ਹਜੇ ਕਹਾਣੀ ਹੋਰ ਲੰਬੀ ਹੋ ਸਕਦੀ ਹੈ? ਨਹੀਂ, ਅੱਜ ਕੱਲ੍ਹ ਤਾਂ 20 ਕਰੋੜ ਕਰਾੜ ਜਿਹੜੇ ਨੇ ਛੋਟੀਆਂ ਚੀਜ਼ਾਂ ਬਣਦੀਆਂ ਜਾਂਦੀਆਂ ਜਾਪਦੀਆਂ। ਆਨੰਦਪ੍ਰੀਤ, ਅਸੀਂ ਲੋਕ ਜਿਹੜੇ ਅਜੇ ਤੱਕ ਤੰਗੀਆਂ ਤੁਰਸ਼ੀਆਂ ਕੱਟਦੇ ਪਏ ਹਾਂ, ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਇਹਨਾਂ ਕੋਲ ਇੰਨਾ ਨਾ ਪੈਸਾ ਆ ਗਿਆ ਤੇ ਆਉਂਦਾ ਪੈਸੇ ਦਾ ਕਿਸੇ ਨੂੰ ਪਤਾ ਕਿਉਂ ਨਾ ਲੱਗਾ। ਤੁਸੀਂ ਜਿਹੜੇ ਚੰਡੀਗੜ੍ਹ 'ਚੋਂ ਬੋਲਦੇ ਪਏ, ਇੱਥੇ ਇੱਕ ਪੰਜਾਬ ਦਾ PCS ਅਫਸਰ ਫੜਿਆ ਗਿਆ ਸੀ, 3-4 ਦਿਨ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਉਹਨੂੰ ਲੈ ਕੇ ਉਹਦੇ ਘਰ ਆਏ ਤੇ 14-15 ਕਿਲੋ ਸੋਨੇ ਦੀਆਂ ਇੱਟਾਂ ਹੀ ਉਹਦੇ ਕੋਲੋਂ ਮਿਲ ਗਈਆਂ ਸੀ। ਪੱਛਮੀ ਬੰਗਾਲ ਦੇ ਵਿੱਚ ਇੱਕ ਮੰਤਰੀ ਫੜਿਆ ਗਿਆ ਤੇ ਉਹਦੀ ਗਰਲਫ੍ਰੈਂਡ ਜਾਂ ਉਹਦੇ ਨਾਲ ਕੰਮ ਕਰਨ ਵਾਲੀ ਮਾਡਲ ਕੁੜੀ, ਦੋਵੇਂ ਗੱਲਾਂ ਚੱਲਦੀਆਂ, ਪਤਾ ਨਹੀਂ ਅਸਲ ਕੀ ਆ। ਉਹ ਫੜੇ ਗਏ ਤੇ ਇੱਕ ਘਰ ਪੂਰੇ ਦਾ ਪੂਰਾ ਕਮਰੇ ਨੋਟਾਂ ਨਾਲ ਭਰੇ ਫੜੇ ਗਏ ਸਨ। ਉੱਥੇ ਝਾਰਖੰਡ ਦੇ ਵਿੱਚ ਇੱਕ ਬੀਬੀ IAS ਅਫਸਰ, ਬੜੀ ਸੀਨੀਅਰ IAS ਅਫਸਰ, ਜਦੋਂ ਭਾਜਪਾ ਦਾ ਰਾਜ ਸੀ ਤੇ ਉਹਨਾਂ ਦੇ ਮੁੱਖ ਮੰਤਰੀ ਦੇ ਸਭ ਤੋਂ ਨੇੜੇ ਹੁੰਦੀ ਸੀ, ਉਹਦੇ ਹਰ ਕੰਮ 'ਚ ਸਹਾਇਕ ਸੀ। ਤੇ ਜੇ ਉਹਦੇ ਰਾਜ ਬਦਲ ਗਿਆ, ਕਾਂਗਰਸ ਪੱਖੀ ਗੱਠਜੋੜ ਦਾ ਰਾਜ ਆ ਗਿਆ, ਤੇ ਉਹ ਝਾਰਖੰਡ ਵਾਲਿਆਂ ਦੇ ਮੁੱਖ ਮੰਤਰੀ ਦੇ ਨਾਲ ਸਭ ਤੋਂ ਨੇੜੇ ਹੈ, ਉਹ ਫੜੀ ਗਈ। ਉਹਦੇ ਕੋਲੋਂ ਵੀ ਕਰੋੜਾਂ ਨਿਕਲੇ। ਮੱਧ ਪ੍ਰਦੇਸ਼ ਦੇ ਵਿੱਚ ਪਿਛਲੇ 20-25 ਸਾਲਾਂ ਤੋਂ ਭਾਜਪਾ ਦੀਆਂ ਸਰਕਾਰਾਂ ਚੱਲਦੀਆਂ, ਉੱਥੇ ਇੱਕ IAS ਜੋੜਾ ਫੜਿਆ ਗਿਆ ਜਿਹੜਾ ਨੋਟਾਂ ਦੇ ਬਿਸਤਰੇ ਤੇ ਸੌਂਦਾ ਸੀ। ਯਾਨੀ ਜਿਹੜਾ ਡਬਲ ਬੈੱਡ ਉਹਨਾਂ ਦੇ ਘਰ ਲੱਗਾ ਸੀ, ਉਸ ਬੈੱਡ ਦੇ ਥੱਲੇ ਜਿਹੜੇ ਬਾਕਸ ਬਣੇ ਸੀ, ਉਹ ਨੋਟਾਂ ਨਾਲ ਪੂਰੀ ਤਰ੍ਹਾਂ ਚਿਣ ਕੇ ਭਰੇ ਪਏ ਸੀ। ਛਾਪਾ ਵੱਜਿਆ ਤੇ ਜਦੋਂ ਡਬਲ ਬੈੱਡ ਖੋਲ੍ਹਿਆ ਤੇ ਉਹਦੇ ਬਕਸੇ ਪੂਰੇ ਦੇ ਪੂਰੇ ਨੋਟਾਂ ਦੇ ਭਰੇ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ ਸੀ। ਉਹਨਾਂ ਕੋਲ ਵੀ ਸੀ। ਹੁਣ ਜੇ ਇਹੋ ਜਿਹਾ ਦੌਰ ਚੱਲਦਾ ਪਿਆ ਤੇ ਜਿਹੜਾ ਵਾਟਰ ਸਪਲਾਈ ਤੇ ਪਾਵਰ ਦਾ, ਵਾਟਰ ਐਂਡ ਪਾਵਰ ਸਪਲਾਈ ਦਾ ਸੈਂਟਰਲ ਬੋਰਡ ਹੁੰਦਾ ਸੀ, ਉਹਦਾ ਨਾਂ ਅੱਜ ਕੱਲ੍ਹ ਕੋਈ ਬਦਲ ਦਿੱਤਾ, ਸ਼ਾਇਦ ਉਹ ਕੋਈ ਨਵਾਂ ਨਾਂ ਦੇਤਾ। ਉਹਦਾ ਜਿਹੜਾ CMD ਸੀ, ਯਾਨੀ ਚੀਫ ਮੈਨੇਜਿੰਗ ਡਾਇਰੈਕਟਰ ਸੀਗਾ, ਉਹ ਹੁਣ ਰਿਟਾਇਰ ਹੋ ਚੁੱਕਾ। ਉਹ ਸਮਝਦਾ ਹੁਣ ਮੇਰੇ ਘਰ ਹੁਣ ਕਿਹੜਾ ਕਿਸੇ ਨੇ ਛਾਪਾ ਮਾਰਨਾ। ਉਸ CMD ਦੇ ਘਰ ਨਹੀਂ, ਘਰਾਂ ਤੇ, ਯਾਨੀ ਉਹਦਾ ਇੱਕ ਘਰ ਨਹੀਂ, ਕਈ ਟਿਕਾਣੇ ਆਉਂਦੇ, ਉਹਨਾਂ ਸਾਰੇ ਟਿਕਾਣਿਆਂ ਤੇ ਛਾਪੇ ਵੱਜੇ ਆ ਤੇ ਉਹਨਾਂ ਤੋਂ 20 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲ ਗਈ ਆ। ਤੇ ਬਾਕੀ ਇੱਧਰ ਉੱਧਰ ਕਿੱਥੇ ਕਿੱਥੇ ਉਹਨੇ ਕੀ ਲੁਕਾਇਆ ਤੇ ਕੀ ਨਹੀਂ ਲੁਕਾਇਆ, ਉਹਦੀ ਫੋੜਾਫੜੀ ਕਰਦੇ ਪਏ। ਉਹ ਕਿੱਥੋਂ ਤੱਕ ਜਾਊ ਸਾਨੂੰ ਪਤਾ ਨਹੀਂ। ਪਰ ਇਹ ਉਹ ਇਕੱਲਾ ਨਹੀਂ ਗਾ, ਉਹਦੇ ਵਰਗੇ ਪਤਾ ਹੀ ਨਹੀਂ ਰਾਜਾਂ ਦੀਆਂ ਸਰਕਾਰਾਂ ਕੋਲ ਕਿੰਨੇ ਕੁ ਆ, ਕੇਂਦਰ ਦੀ ਸਰਕਾਰ ਦੇ ਕਿਹੜੇ ਮਹਿਕਮੇ 'ਚ ਕਿੰਨੇ ਕੁ ਹੈ। ਜਿਹੜੇ ਪਾਸੇ ਵੇਖੋ, ਉਹ ਦਿਨ ਗਏ ਜਦੋਂ ਕਹਿੰਦੇ ਸੀ ਇੱਟ ਪੁੱਟਿਆ ਚੋਰ ਨਿਕਲਦਾ। ਅੱਜ ਕੱਲ੍ਹ ਤਾਂ ਇਹ ਹੈ ਕਿ ਇੱਟ ਪੁੱਟਣ ਦੀ ਵੀ ਲੋੜ ਨਹੀਂ, ਉੱਤੇ ਹੀ ਵਾਧੂ ਤੁਰੇ ਫਿਰਦੇ ਆ, ਜਿਹਦੇ ਵੇਖੀਏ ਸ਼ੱਕ ਜਿਹਾ ਕਰਨ ਲੱਗ ਪੈਂਦਾ ਕਿ ਆ ਵੀ ਉਹਨਾਂ ਵਿੱਚੋਂ ਕੋਈ ਤਾਂ ਨਹੀਂ। ਔਰ ਲੋਕ ਅੱਜ ਕੱਲ੍ਹ ਹਰ ਇੱਕ ਤੇ ਸ਼ੱਕ ਕਰੀ ਜਾਂਦੇ ਆ। ਪਰ ਕਮਾਲ ਦੀ ਗੱਲ ਇਹ ਹੈ ਕਿ ਕਦੇ ਵਿਜੀਲੈਂਸ ਵਾਲੇ, ਕਦੇ ਸੈਂਟਰ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਵਾਲੇ, ਉਹ ਜਦੋਂ ਇਹੋ ਜਿਹੇ ਥਾਂ ਦੇ ਉੱਤੇ ਛਾਪਾ ਮਾਰਦੇ ਆ, ਜਿੰਨੀ ਮਾਇਆ ਨਿਕਲਦੀ ਆ, ਆਮ ਆਦਮੀ ਵੇਖ ਕੇ ਹੈਰਾਨ ਹੁੰਦਾ ਵੀ ਇੰਨੇ ਢੇਰ ਵੀ ਦੌਲਤਾਂ ਦੇ ਹੋ ਸਕਦੇ ਆ। ਜੀ,
ਸੋ ਬਿਲਕੁਲ ਠੀਕ ਹੈ ਪਨੂ ਸਾਹਿਬ, ਧੋਖਾ ਧੜੀ ਤੇ ਠੱਗੀ ਦੀਆਂ ਖਬਰਾਂ ਤਾਂ ਆਏ ਦਿਨ ਆਪਾਂ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਆ, ਤੇ ਇਸੇ ਤਰੀਕੇ ਦੇ ਨਾਲ ਉਚੇਚੇ ਤੌਰ ਦੇ ਉੱਤੇ ਤੁਸੀਂ ਵੀ ਜ਼ਿਕਰ ਕਰਦੇ ਹੋ ਕਿ ਆਨਲਾਈਨ ਜਿਹੜੀ ਧੋਖਾ ਧੜੀ ਹੁੰਦੀ ਹੈ, ਠੱਗੀਆਂ ਵੱਜਦੀਆਂ ਨੇ, ਤੇ ਉਹਦੇ ਬਾਰੇ ਵੀ ਤੁਸੀਂ ਜਿਹੜੇ ਉਹ ਅਵੇਅਰ ਕਰਦੇ ਹੋ, ਜਾਗਰੂਕ ਕਰਨ ਦੀ ਕੋਸ਼ਿਸ਼ ਜਿਹੜੇ ਉਹ ਕਰਦੇ ਹੋ। ਤੇ ਹੁਣ ਇੱਕ ਰਿਪੋਰਟ ਪਨੂ ਸਾਹਿਬ ਆਈ ਹੈ ਤੇ ਉਸ ਦੇ ਵਿੱਚ ਕਿਹਾ ਜਾਂਦਾ ਕਿ 39% ਭਾਰਤੀ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਇਸ ਤਰੀਕੇ ਨਾਲ ਠੱਗੀਆਂ ਪਿਛਲੇ 3 ਸਾਲਾਂ 'ਚ ਹੋਈਆਂ ਨੇ। ਪਨੂ ਸਾਹਿਬ, ਇਹ ਅੰਕੜਾ ਕਿੱਥੇ ਕੁ ਤੱਕ ਜਾਂਦਾ ਤੇ ਕੀ ਤੁਹਾਨੂੰ ਲੱਗ ਰਿਹਾ ਇਹਦੇ ਪਿੱਛੇ ਕਾਰਨ ਕੀ ਹੈ ਕਿ ਅਸੀਂ ਅਜੇ ਉਨੇ ਸਿਆਣੇ ਹੋ ਨਹੀਂ ਪਾਏ, ਜਾਂ ਕਾਰਨ ਕੀ ਤੁਸੀਂ ਇਹਦੇ ਪਿੱਛੇ ਮੰਨਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਧੋਖਾ ਧੜੀ ਠੱਗੀਆਂ ਆਨਲਾਈਨ ਵੀ, ਆਨਲਾਈਨ ਤੋਂ ਬਗੈਰ ਵੀ ਭਾਰਤ ਵਿੱਚ ਬਹੁਤ ਹੁੰਦੀਆਂ ਜੀ। ਦੂਜੀ ਗੱਲ ਇਹ ਕਿ ਇਹ ਕਹਿਣਾ ਕਿ 39%, 39 ਦਾ ਮਤਲਬ 40% ਹੋ ਗਈਆਂ, ਇਹ ਇੰਨਾ ਜ਼ਿਆਦਾ, ਇਹ ਗੱਲ ਗਲਤ ਆ। ਜਿਨ੍ਹਾਂ ਨੇ ਧਿਆਨ ਨਾਲ ਖਬਰ ਪੜ੍ਹੀ ਹੋਊਗੀ ਉਹਨਾਂ ਨੇ ਪੜ੍ਹ ਲਿਆ ਕਿ 39% ਲੋਕਾਂ ਨਾਲ ਨਹੀਂ, 39% ਪਰਿਵਾਰਾਂ ਨਾਲ ਆ। ਜੇ 39% ਪਰਿਵਾਰਾਂ ਨਾਲ ਆ ਤੇ ਪਰਿਵਾਰ ਦੇ ਅਸੀਂ 4 ਜੀ ਵੀ ਐਵਰੇਜ ਗਣੀਏ, ਕਿਤੇ 3 ਹੁੰਦੇ ਆ, ਕਿਤੇ 5, ਕਿਤੇ 8 ਵੀ ਹੋ ਸਕਦੇ ਆ, ਲਾਲੂ ਪ੍ਰਸਾਦ ਦੇ 11 ਵੀ ਹੋ ਸਕਦੇ ਆ, ਪਰ ਜੇ ਅਸੀਂ 4 ਦੀ ਐਵਰੇਜ ਲਾਈਏ ਤੇ ਪਰਿਵਾਰ 'ਚ 1 ਜੀ ਨਾਲ ਧੋਖਾ ਹੋਇਆ ਹੋਵੇ, 39% ਪਰਿਵਾਰਾਂ 'ਚ ਧੋਖਾ ਹੋਇਆ ਹੋਵੇ ਤੇ ਇਹਨੂੰ ਚੌਥਾ ਹਿੱਸਾ ਕਰ ਲਓ, ਇਹਦਾ ਮਤਲਬ ਕਿ ਅਸਲ ਵਿੱਚ ਭਾਰਤ ਦੇ 10% ਪਰਿਵਾਰਾਂ ਦੇ ਨਾਲ ਧੋਖਾ ਹੋ ਚੁੱਕਾ, ਔਰ ਇਹ ਵੀ ਛੋਟਾ ਨਹੀਂ, ਬਹੁਤ ਵੱਡੀ ਫਿਗਰ ਹੈ। ਦੂਸਰੀ ਗੱਲ ਕਿ ਫਿਗਰ ਸਾਰੀ ਦੀ ਸਾਰੀ ਇੱਕਦਮ ਨਹੀਂ ਮੰਨ ਲੈਣੀ ਚਾਹੀਦੀ। ਭਾਰਤ ਬਹੁਤ ਵੱਡਾ, ਇਹਦੀ 140 ਕਰੋੜ ਦੀ ਆਬਾਦੀ ਦੇ ਵਿੱਚੋਂ ਜਿਹੜੇ ਲੋਕਾਂ ਤੇ ਸਰਵੇ ਕੀਤਾ ਗਿਆ ਉਹ 140 ਲੱਖ ਵੀ ਨਹੀਂ ਗਏ, ਉਹ ਬਲਕਿ ਇਹ ਹੈ ਕਿ 1 ਲੱਖ ਵੀ ਉਹਨਾਂ 'ਚ ਹੈ ਨਹੀਂ ਗਾ। 1 ਲੱਖ ਦਾ ਤੀਜਾ ਹਿੱਸਾ ਵੀ ਕਰੀਏ ਤੇ ਉਹ 33,000 ਤੋਂ ਵੱਧ ਜਾਂਦਾ। ਇਹ ਸਿਰਫ 32,000 ਲੋਕਾਂ ਤੇ ਸਰਵੇ ਕੀਤਾ ਗਿਆ। ਉਸ 32,000 ਲੋਕਾਂ ਦੇ ਵਿੱਚੋਂ ਆਖਿਆ ਉਹਨਾਂ ਨੇ 39% ਨਹੀਂ ਕਿ ਸਾਡੇ ਪਰਿਵਾਰ ਦੇ ਕਿਸੇ ਜੀ ਨਾਲ ਧੋਖਾ ਹੋਇਆ। ਫਿਰ ਵੀ ਧੋਖਾ ਤੇ ਧੋਖਾ, ਇਹਦੇ 'ਚ ਅੱਗੋਂ ਇਹ ਦੱਸਿਆ ਗਿਆ ਕਿ ਜਿਹੜੇ ਸ਼ਹਿਰਾਂ ਵਾਲੇ ਆ ਉਹਨਾਂ ਦੇ ਨਾਲ 39% ਧੋਖਾ ਹੋਇਆ, ਵੱਡੇ ਸ਼ਹਿਰਾਂ ਵਾਲਿਆਂ ਨਾਲ, ਦਰਮਿਆਨੇ ਸ਼ਹਿਰਾਂ ਵਾਲਿਆਂ ਦੇ ਨਾਲ 35%, ਤੇ ਜਿਹੜੇ ਪਿੰਡਾਂ ਵਾਲਿਆਂ ਨੂੰ ਅਸੀਂ ਬਹੁਤ ਭੋਲੇ ਗਿਣਦੇ ਆ ਉਹ ਪਿੰਡਾਂ ਵਾਲਿਆਂ ਤੇ ਛੋਟੇ ਸ਼ਹਿਰਾਂ ਵਾਲਿਆਂ ਦੇ ਨਾਲ 26% ਧੋਖਾ ਹੋਇਆ। ਇਹਦੇ ਵਿੱਚੋਂ ਵੀ ਅਗਲੀ ਗੱਲ ਇਹ ਆ ਕਿ 13% ਧੋਖਾ ਕੈਸ਼, ਜਿਹੜੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਤੇ ਹੋਇਆ, 13% ਆਨਲਾਈਨ ਵੈਬਸਾਈਟਾਂ ਤੇ ਹੋਇਆ, 10% ATM ਜਿਹੜੇ ਬੂਥ ਨੇ ਉਹਨਾਂ ਤੇ ਹੋਇਆ, ATM ਮਸ਼ੀਨਾਂ ਤੇ, 10% ਬੈਂਕ ਬ੍ਰਾਂਚਾਂ ਦੇ ਵਿੱਚ ਹੋਇਆ। ਇਹ ਸਾਰਾ ਜਿਹੜਾ ਹੋਇਆ ਇਹ ਦੱਸਦਾ ਕਿ ਠੱਗ ਇੱਥੇ ਬਹੁਤ ਤਗੜੇ ਆ। ਜੇ 3-4 ਦਿਨ ਪਹਿਲਾਂ ਅਸੀਂ ਹਰਿਆਣੇ ਦੀ ਖਬਰ ਕੀਤੀ ਸੀ ਕਿ 5,000 ਪੁਲਿਸ ਵਾਲੇ ਲਾ ਕੇ ਤੇ ਉਹਨਾਂ ਬਹੁਤ ਵੱਡਾ ਰੇਡ ਕੀਤਾ ਤੇ ਬੜਾ ਵੱਡਾ ਗੈਂਗ ਫੜਿਆ ਸੀ। ਇਦਾਂ ਦੇ ਛਾਪੇ ਸਾਰੇ ਦੇਸ਼ ਵਿੱਚ ਪੈਣੇ ਚਾਹੀਦੇ ਆ, ਔਰ ਵੇਖਣਾ ਚਾਹੀਦਾ ਕਿ ਬੰਦੇ ਜਿਹੜੇ ਕੰਮ ਕਰਦੇ ਆਪ ਨਹੀਂ ਕਰਦੇ, ਇਹਨਾਂ ਦੇ ਪਿੱਛੇ ਕੋਈ ਨਾ ਕੋਈ ਹੁੰਦਾ। ਇਹਨਾਂ ਬੰਦਿਆਂ ਨੂੰ ਨਹੀਂ ਫੜਨਾ ਚਾਹੀਦਾ, ਬੰਦਿਆਂ ਦੇ ਪਿੱਛੇ ਇਹਨਾਂ ਦੇ ਜਿਹੜੇ ਗੁਰੂ ਘੰਟਾਲ ਆ ਉਹ ਫੜੇ ਜਾਣੇ ਚਾਹੀਦੇ ਆ, ਤੇ ਕਾਰਵਾਈ ਕਦੇ ਨਹੀਂ ਲਗਾਤਾਰ ਹੋਣੀ ਚਾਹੀਦੀ ਆ। ਜੀ ਬਿਲਕੁਲ ਠੀਕ ਹੈ ਪਨੂ ਸਾਹਿਬ, ਤੇ ਤੁਸੀਂ ਆਏ ਪ੍ਰੋਗਰਾਮ ਦੇ ਵਿੱਚ ਸਮਾਂ ਕੱਢਿਆ, ਬਹੁਤ ਸ਼ੁਕਰੀਆ, ਧੰਨਵਾਦ ਜੀ। ਜੀ ਮਿਹਰਬਾਨੀ, ਸ਼ੁਕਰੀਆ ਜੀ। ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਜੀ, ਤੇ ਇਸ ਪ੍ਰੋਗਰਾਮ ਮੁਤਲਕ ਤੁਹਾਡੇ ਸੁਝਾਅ, ਟਿੱਪਣੀਆਂ, ਉਹਨਾਂ ਦਾ ਸਾਨੂੰ ਇੰਤਜ਼ਾਰ ਰਹੇਗਾ। ਫਿਲਹਾਲ ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।